हाँ जी स्टूडेंट्स वेलकम करदा तुहाडा रूर स्टडी क्लास यूट्यूब चैनल दे विच। इस वीडियो दे विच स्टूडेंट्स आपां जिहड़े कि पोलीटिकल साइंस BA समैसटर फस्ट दे लई पोलीटिकल साइंस दे जिहड़े कि टॉपिक लैके आए आ। राज अते समाज तो की भाव है, राज ते समाज दोनों दे विच की अंतर है, ठीक है। ते नाल दी नाल आपां क्वेश्चन करांगे राज ते सरकार दे विच की अंतर है। दोनों क्योंकि दोनों क्वेश्चन इंपॉर्टेंट ने, राज ते समाज दे विचकार अंतर भी ते राज दा जिहड़े कि सरकार नाल भी अंतर, ठीक है। तो आप दोनों ही क्वेश्चन इस वीडियो करांगे स्टूडेंट्स। तो बाकी काफ़ी ज़्यादा टॉपिक तुहाडे BA समैसटर ईयर दे जिहड़े कि अपलोड हो चुके हैं BA समैसटर फस्ट दे, तो उन्होंने जरूर वॉच करो। तो प्ले लिस्ट बनी हुई है हिस्टरी एंड पोलीटिकल साइंस इकट्ठे ही है। हिस्टरी ते पोलीटिकल साइंस समैसटर फस्ट वो समैसटर फस्ट ने पोलीटिकल साइंस ते हिस्टरी दे वीडियोज़ ने, ठीक है। हाँ जी, इस दे विच है राजनीति विचारधारा का आरंभ। पहला जान पछाण च हैडिंग कड्ढनी है, पहला जान पछाण हैडिंग। तुहानूं लॉन्ग क्वेश्चन मैं हर टाइम हर एक वीडियो च दसदी हाँ कि लॉन्ग क्वेश्चन याद करन दा ढंग, लिखण दा ढंग, ਤਾਂ अपने एक अलग ही वीडियो बनाती सी जिहदे विच तुहानूं सारा दसदा सी कि तुसीं जान पछाण देनी है, फिर तुसीं हैडिंग देनी ने, किन्ने पेजां दा करना है, दैन तुसीं एंड दे विच सिट्टा कड्ढना। ਆਪਾਂ ने अलग वीडियो समझाया, चाहे पोलीटिकल साइंस है, चाहे इकनॉमिक्स है, तुहाडे हिस्टरी, चाहे रिलीजन है, चाहे सोशियोलॉजी है, ठीक है। तो लॉन्ग क्वेश्चन ਨੂੰ याद ਕਰਨ ਦਾ ਢੰਗ ਕੀ ਹੈ? ਸਭ ਤੋਂ ਪਹਿਲਾਂ ਤੁਹਾਡੇ ਹੈਡਿੰਗ ਯਾਦ ਹੋਣੇ ਚਾਹੀਦੇ ਨੇ। ਹੈਡਿੰਗ ਵੱਧ ਤੋਂ ਵੱਧ ਯਾਦ ਹੋਣਗੇ ਤਾਂ ਵਿੱਚੋਂ ਦਾ ਪੋਰਸ਼ਨ ਬੇਸ਼ੱਕ ਤੁਸੀਂ ਥੋੜਾ ਲਿਖੋ, ਠੀਕ ਹੈ, ਬਟ ਹੈਡਿੰਗ ਤੁਹਾਡੇ ਜ਼ਰੂਰ ਹੋਣੇ ਚਾਹੀਦੇ ਨੇ, ਹੈਡਿੰਗ ਅੰਡਰਲਾਈਨ ਵੀ ਹੋਣੇ ਚਾਹੀਦੇ ਨੇ। ਹਾਂਜੀ, ਰਾਜਨੀਤੀ ਵਿਚਾਰਧਾਰਾ ਦਾ ਆਰੰਭ ਜਿਹੜੇ ਕਿ ਯੂਨਾਨੀ ਦਾਰਸ਼ਨਿਕਾਂ ਤੋਂ ਮੰਨਿਆ ਜਾਂਦਾ, ਯੂਨਾਨੀ ਜਿਹੜੇ ਫਿਲੋਸਫਰ ਨੇ ਉਹਨਾਂ ਤੋਂ ਮੰਨਿਆ ਜਾਂਦਾ ਰਾਜਨੀਤੀ ਵਿਚਾਰਧਾਰਾ ਦਾ ਆਰੰਭ। ਪਲੈਟੋ ਤੇ ਅਰਸਤੂ ਤੋਂ ਇਲਾਵਾ ਹੋਰ ਕਈ ਯੂਨਾਨੀ ਜਿਹੜੇ ਦਾਰਸ਼ਨਿਕ ਮਤਲਬ ਕਿ ਫਿਲੋਸਫਰ, ਉਹਨਾਂ ਨੇ ਰਾਜਨੀਤਿਕ ਵਿਚਾਰਧਾਰਾ ਦੇ ਵਿਕਾਸ ਸੰਬੰਧੀ ਆਪਣਾ ਜਿਹੜੇ ਕਿ ਯੋਗਦਾਨ ਦਿੱਤਾ। ਤੇ ਇਹਨਾਂ ਫਿਲੋਸਫਰਾਂ ਦੇ ਸਮੇਂ ਰਾਜ ਤੇ ਸਮਾਜ ਦੇ ਵਿੱਚ ਕੋਈ ਅੰਤਰ ਨਹੀਂ ਸੀ। ਜਦੋਂ ਜਿਹੜੇ ਕਿ ਪਲੈਟੋ ਤੇ ਅਰਸਤੂ ਨੇ ਆਪਣੇ ਜਿਹੜੇ ਕਿ ਵਿਚਾਰ ਦਿੱਤੇ ਨੇ ਰਾਜਨੀਤਿਕ ਵਿਚਾਰਧਾਰਾ ਦੇ ਸੰਬੰਧੀ, ਰਾਜਨੀਤਿਕ ਵਿਚਾਰਧਾਰਾ ਦੇ ਵਿਕਾਸ ਸੰਬੰਧੀ, ਉਸ ਸਮੇਂ ਰਾਜ ਤੇ ਸਮਾਜ ਦੇ ਵਿੱਚ ਕੋਈ ਅੰਤਰ ਨਹੀਂ ਸੀ। ਬਟ ਜਿਵੇਂ ਜਿਵੇਂ ਜਿਹੜੇ ਕਿ ਰਾਜਨੀਤਿਕ ਵਿਚਾਰਧਾਰਾ ਦਾ ਵਿਕਾਸ ਹੁੰਦਾ ਗਿਆ, ਰਾਜ ਤੇ ਸਮਾਜ ਦੇ ਵਿੱਚ ਅੰਤਰ ਹੋਣ ਲੱਗ ਗਿਆ, ਠੀਕ ਹੈ। ਵੀ ਰਾਜ ਤੇ ਸਮਾਜ ਅਲੱਗ-ਅਲੱਗ ਹੋਣ ਲੱਗ ਗਏ ਜਿਉਂ ਜਿਉਂ ਜਿਹੜੀ ਰਾਜਨੀਤਿਕ ਵਿਚਾਰਧਾਰਾ ਪੋਲੀਟੀਕਲ ਜਿਹੜੇ ਕਿ ਪ੍ਰਣਾਲੀ ਹੈ ਉਹਦੇ ਵਿੱਚ ਜਿਹੜੇ ਕਿ ਉਹਦੇ 'ਚ ਵਿਕਾਸ ਹੁੰਦਾ ਗਿਆ। ਤੇ ਰਾਜ ਤੇ ਸਮਾਜ ਦੇ ਵਿੱਚ ਬਹੁਤ ਅੰਤਰ ਹੈ, ਦੋਵੇਂ ਜਿਹੜੇ ਕਿ ਅਲੱਗ-ਅਲੱਗ ਸੰਸਥਾਵਾਂ ਨੇ, ਠੀਕ ਆ। ਦੋਨਾਂ ਦੇ ਅੰਤਰ ਆਪਾਂ ਦੇਖਦੇ ਹਾਂ ਕਿਹੜੇ-ਕਿਹੜੇ ਨੇ। ਪਹਿਲਾਂ ਇਹਨਾਂ ਦੇ ਅਰਥਾਂ ਦੀ ਵਿਆਖਿਆ ਦੇਖਦੇ ਹਾਂ ਵੀ ਰਾਜ ਕੀ ਹੈ ਤੇ ਸਮਾਜ ਕੀ ਹੈ। ਹਾਂਜੀ, ਪ੍ਰਸਿੱਧ ਵਿਧਾਨ ਤੇ ਰਾਜ ਸੰਬੰਧੀ ਜਿਹੜੇ ਕਿ ਆਪਾਂ ਫਸਟ ਚੈਪਟਰ 'ਚ ਵੀਡੀਓ ਦੇ ਵਿੱਚ ਕੀਤੇ ਹੋਏ ਨੇ ਪਰਿਭਾਸ਼ਾ, ਤੁਸੀਂ ਉਹ ਵੀ ਯਾਦ ਕਰ ਸਕਦੇ ਹੋ। ਜਿਹੜੀ ਤੁਹਾਨੂੰ ਪਰਿਭਾਸ਼ਾ ਸੌਖੀ ਲੱਗਦੀ ਹੈ ਤੁਸੀਂ ਰਾਜ ਦੀ ਉਹ ਪਰਿਭਾਸ਼ਾ ਕਰ ਸਕਦੇ ਹੋ, ਠੀਕ ਹੈ। ਹਾਂਜੀ, ਗਿਲਕ੍ਰਾਈਸਟ ਅਨੁਸਾਰ ਜਿੱਥੇ ਕੁਝ ਲੋਕ ਇੱਕ ਨਿਸ਼ਚਿਤ ਖੇਤਰ ਦੇ ਵਿੱਚ ਸੰਗਠਿਤ ਸਰਕਾਰ ਦੇ ਅਧੀਨ ਹੋਣ, ਭਾਵ ਕਿ ਜਿੱਥੇ ਕੁਝ ਲੋਕ ਨਿਸ਼ਚਿਤ ਏਰੀਏ ਦੇ ਵਿੱਚ ਕੋਈ ਸਰਕਾਰ ਆ ਉਹਨੇ ਸੰਗਠਿਤ ਢੰਗ ਦੇ ਨਾਲ ਸਰਕਾਰ ਦੇ ਅੰਡਰ ਸੰਗਠਿਤ ਢੰਗ ਦੇ ਨਾਲ ਰਹਿ ਰਹੇ ਹੋਣ, ਅਤੇ ਉਹ ਸਰਕਾਰ ਅੰਦਰੂਨੀ ਮਾਮਲਿਆਂ ਵਿੱਚ ਉਹਨਾਂ ਪ੍ਰਭੂ ਸੱਤਾ ਦਾ ਪ੍ਰਗਟਾਵਾ ਦਾ ਸਾਧਨ ਹੋਵੇ ਅਤੇ ਬਾਹਰਲੇ ਮਾਮਲਿਆਂ ਵਿੱਚ ਉਹ ਹੋਰਾਂ ਸਰਕਾਰਾਂ ਤੋਂ ਸੁਤੰਤਰ ਹੋਵੇ, ਤਾਂ ਉਹ ਰਾਜ ਆ। ਭਾਵ ਕਿ ਜਿਹੜੀ ਹੁਣ ਉਹ ਜਿਹੜੇ ਇੱਕ ਇਲਾਕੇ ਦੇ ਵਿੱਚ ਨਿਸ਼ਚਿਤ ਇਲਾਕੇ ਦੇ ਵਿੱਚ ਲੋਕ ਰਹਿ ਰਹੇ ਨੇ, ਉਹਨਾਂ 'ਤੇ ਸਰਕਾਰ ਆ ਜਿਹੜੀ ਕਿ ਆਪਣਾ ਸਰਕਾਰ ਦੇ ਅਧੀਨ ਰਹਿ ਰਹੇ ਨੇ, ਅਤੇ ਇਹ ਸਰਕਾਰ ਨਾਲੇ ਤਾਂ ਅੰਦਰੂਨੀ ਤੌਰ 'ਤੇ, ਠੀਕ ਹੈ, ਪ੍ਰਭੂ ਸੰਪੰਨ ਹੋਵੇ, ਅਤੇ ਨਾਲੇ ਬਾਹਰੀ ਤੌਰ 'ਤੇ, ਠੀਕ ਹੈ, ਮਤਲਬ ਕਿ ਬਾਹਰੇ ਵੀ ਕਿਸੇ ਵੀ ਰਾਜ ਦੇ ਅਧੀਨ ਨਾ ਹੋਵੇ, ਤਾਂ ਇਹ ਵਾਲੀ ਜਿਹੜਾ ਕੀ ਹੋਊਗਾ ਉਹਨੂੰ ਆਪਾਂ ਕੀ ਕਹਾਂਗੇ? ਰਾਜ, ਠੀਕ ਹੈ, ਉਹਨੂੰ ਆਪਾਂ ਕੀ ਕਹਾਂਗੇ? ਰਾਜ। ਤਾਂ ਰਾਜ ਤੋਂ ਆਪਾਂ ਨੂੰ ਸਪਸ਼ਟ ਹੋ ਰਿਹਾ ਕਿ ਰਾਜ ਲੋਕਾਂ ਦਾ ਸੰਗਠਿਤ ਸਮੂਹ ਹੈ ਜੋ ਨਿਸ਼ਚਿਤ ਧਰਤੀ 'ਤੇ ਵੱਸਦਾ, ਜਿਹਦੀ ਆਪਣੀ ਸਰਕਾਰ ਆ, ਜਿਸ ਦੀ ਸਰਕਾਰ ਕੋਲ ਅੰਦਰਲੀ ਅਤੇ ਬਾਹਰੀ ਪ੍ਰਭੂ ਸੱਤਾ, ਉਹਨੂੰ ਆਪਾਂ ਕੀ ਕਹਾਂਗੇ? ਰਾਜ, ਠੀਕ ਹੈ। ਇਸ ਤੋਂ ਇਲਾਵਾ ਤੁਹਾਨੂੰ ਹੋਰ ਵੀ ਜਿਹੜੀ ਈਜ਼ੀ ਪਰਿਭਾਸ਼ਾ ਲੱਗਦੀ ਤੁਸੀਂ ਰਾਜ ਦੀ ਉਹ ਕਰ ਸਕਦੇ ਹੋ। ਹੁਣ ਸਮਾਜ, ਮੈਕਾਈਵਰ ਨੇ ਕੀ ਕਿਹਾ? ਸਮਾਜ ਲੋਕਾਂ ਦੇ ਇੱਛਕ ਸੰਬੰਧਾਂ ਦਾ ਨਾਂ ਹੈ। ਵੀ ਮਨੁੱਖ ਹੈ ਜਿਹੜੇ ਕਿ ਪਹਿਲਾਂ ਪਰਿਵਾਰ ਦੇ ਵਿੱਚ ਰਹਿੰਦਾ, ਫਿਰ ਪਰਿਵਾਰ ਤੋਂ ਬਾਅਦ ਜਦੋਂ ਇਹਦੀ ਜ਼ਰੂਰਤਾਂ ਵੱਧ ਜਾਂਦੀਆਂ ਨੇ ਤਾਂ ਉਹ ਸਮਾਜ ਦੇ ਵਿੱਚ ਰਹਿਣ ਲੱਗ ਜਾਂਦਾ, ਹੈ ਨਾ। ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ, ਤਾਂ ਜਿਹੜਾ ਕਿ ਮਨੁੱਖ ਸਮਾਜ ਦੇ ਵਿੱਚ ਆਪਣੀ ਜ਼ਰੂਰਤਾਂ ਦੀ ਪੂਰਤੀ ਲਈ ਰਹਿੰਦਾ, ਠੀਕ ਹੈ। ਉਹੀ ਇੱਥੇ ਨਾਂ ਹੈ ਲਿਖ ਰੱਖਿਆ ਕਿ ਸਮਾਜ ਲੋਕਾਂ ਦੇ ਇੱਛਕ ਸੰਬੰਧਾਂ ਦਾ ਨਾਮ ਹੈ, ਵੀ ਜਿਹੜੇ ਇਹਦੇ ਇੱਛਕ ਸੰਬੰਧ ਨੇ ਉਹਨਾਂ ਦਾ ਨਾਮ ਨੂੰ ਆਪਾਂ ਕੀ ਕਹਿੰਦੇ ਹਾਂ? ਸਮਾਜ। ਅਸਲ ਦੇ ਵਿੱਚ ਸਮਾਜ ਅਜਿਹੇ ਲੋਕਾਂ ਦਾ ਸਮੂਹ ਆ ਜੋ ਸੰਗਠਿਤ ਰੂਪ ਦੇ ਵਿੱਚ ਸ਼ਾਂਤਮਈ ਅਤੇ ਮਿੱਤਰਤਾਪੂਰਨ ਸੰਬੰਧਾਂ ਨਾਲ ਇੱਕ ਦੂਜੇ ਨਾਲ ਜੁੜੇ ਹੋਏ ਹੁੰਦੇ ਨੇ, ਉਹਨੂੰ ਆਪਾਂ ਕੀ ਕਹਿੰਦੇ ਹਾਂ? ਸਮਾਜ, ਠੀਕ ਹੈ। ਹੁਣ ਆਪਾਂ ਕਰਦੇ ਹਾਂ ਰਾਜ ਤੇ ਸਮਾਜ ਦੇ ਵਿੱਚ ਅੰਤਰ। ਹਾਂਜੀ, ਪਹਿਲਾ ਅੰਤਰ ਕੀ ਆ? ਸਮਾਜ ਰਾਜ ਤੋਂ ਪਹਿਲਾਂ। ਸਭ ਤੋਂ ਪਹਿਲਾਂ ਤੁਹਾਡੇ ਹੈਡਿੰਗ ਯਾਦ ਹੋਣੇ ਚਾਹੀਦੇ ਨੇ, ਜਿਵੇਂ ਸਮਾਜ ਰਾਜ ਤੋਂ ਪਹਿਲਾਂ। ਦੂਜਾ, ਰਾਜ ਲਈ ਨਿਸ਼ਚਿਤ ਇਲਾਕਾ ਜ਼ਰੂਰੀ ਹੈ ਬਟ ਸਮਾਜ ਦੇ ਲਈ ਨਹੀਂ। ਸਮਾਜ ਦਾ ਖੇਤਰ ਰਾਜ ਨਾਲ ਵਿਸ਼ਾਲ ਹੈ, ਰਾਜ ਕੋਲ ਪ੍ਰਭੂ ਸੱਤਾ ਬਟ ਸਮਾਜ ਕੋਲ ਨਹੀਂ। ਰਾਜ ਲਈ ਸੰਗਠਨ ਜ਼ਰੂਰੀ ਹੈ ਬਟ ਸਮਾਜ ਲਈ ਨਹੀਂ, ਠੀਕ ਹੈ। ਐਵੇਂ ਤੁਹਾਡੇ ਪਹਿਲਾਂ ਹੈਡਿੰਗ ਯਾਦ ਹੋਣੇ ਚਾਹੀਦੇ ਨੇ। ਹਾਂਜੀ, ਆਪਾਂ ਹੁਣ ਕਰਦੇ ਹਾਂ
ਸਮਾਜ ਰਾਜ ਤੋਂ ਪਹਿਲਾਂ ਵਿਅਕਤੀ ਇੱਕ ਸਮਾਜਿਕ ਪ੍ਰਾਣੀ ਹੈ, ਠੀਕ ਹੈ। ਉਹਦਾ ਜਨਮ ਹੀ ਸਮਾਜ ਦੇ ਵਿੱਚ ਹੁੰਦਾ, ਕਿਉਂਕਿ ਸਮਾਜਿਕ ਪ੍ਰਾਣੀ ਭਾਵ ਕਿ ਮਨੁੱਖ ਸਮਾਜ ਦੇ ਵਿੱਚ ਰਹਿ ਕੇ ਹੀ ਆਪਣਾ ਸਰਵਾਈਵ ਕਰ ਸਕਦਾ, ਠੀਕ ਹੈ। ਤੇ ਸਮਾਜ ਦਾ ਆਰੰਭ ਅਸਲ ਦੇ ਵਿੱਚ ਮਨੁੱਖ ਜਾਤੀ ਦੇ ਆਰੰਭ ਦੇ ਨਾਲ ਹੀ ਹੋ ਗਿਆ। ਮਤਲਬ ਕਿ ਜਿਹੜਾ ਸਮਾਜ ਆ, ਜਦੋਂ ਮਨੁੱਖ ਜਾਤੀ ਨੇ ਜਨਮ ਲਿਆ ਤਾਂ ਉਸੇ ਸਮੇਂ ਹੀ ਜਿਹੜਾ ਕਿ ਸਮਾਜ ਬਣਨਾ ਸ਼ੁਰੂ ਹੋ ਗਿਆ, ਕਿਉਂਕਿ ਮਨੁੱਖ ਜਨਮ ਹੋਇਆ ਤਾਂ ਪਰਿਵਾਰ ਦੇ ਵਿੱਚ ਰਹਿੰਦਾ, ਪਰਿਵਾਰ ਤੋਂ ਬਾਅਦ ਉਹਦਾ ਘੇਰਾ ਵੱਧਦਾ, ਤਾਂ ਜਦੋਂ ਘੇਰਾ ਵੱਧ ਜਾਂਦਾ ਤਾਂ ਉਹ ਕੀ ਬਣ ਲੱਗ ਜਾਂਦਾ, ਜਿਹੜੇ ਕਿ ਸਮਾਜ ਬਣ ਜਾਂਦਾ। ਤੇ ਇਹਦੇ ਆਪਾਂ ਉਲਟ ਦੇਖੀਏ ਕਿ ਜਿਹੜਾ ਰਾਜ ਹੈ, ਰਾਜ ਪਹਿਲਾਂ ਹੋਂਦ 'ਚ ਨਹੀਂ ਆਇਆ, ਰਾਜ ਬਾਅਦ 'ਚੋਂ ਆਇਆ, ਪਹਿਲਾਂ ਸਮਾਜ ਬਣਿਆ, ਠੀਕ ਹੈ। ਪਹਿਲਾਂ ਸਮਾਜ ਬਣਿਆ ਫਿਰ ਰਾਜ ਆਇਆ। ਤਾਂ ਰਾਜ ਉਸ ਸਮੇਂ ਹੋਂਦ ਦੇ ਵਿੱਚ ਆਇਆ ਜਦੋਂ ਲੋਕਾਂ ਅੰਦਰ ਰਾਜਨੀਤਿਕ ਚੇਤਨਤਾ ਆ ਗਈ, ਭਾਵ ਕਿ ਜਿਹੜੇ ਇੱਕ ਜਗ੍ਹਾ 'ਤੇ ਲੋਕ ਰਹਿ ਰਹੇ ਸੀ ਸਮਾਜ ਦੇ ਵਿੱਚ, ਜਦੋਂ ਉਹਨਾਂ ਦੇ ਵਿੱਚ ਪੋਲੀਟੀਕਲ ਚੇਤਨਤਾ ਆ ਗਈ, ਉਹਨਾਂ ਦੇ ਵਿੱਚ ਨੌਲੇਜ ਆ ਗਈ ਕਿ ਸਾਨੂੰ ਕੋਈ ਸੰਗਠਿਤ ਕਰਨ ਵਾਲਾ ਹੋਣਾ ਚਾਹੀਦਾ, ਫਿਰ ਆ ਜਿਹੜੀ ਕਿ ਰਾਜਨੀਤਿਕ ਆਪਾਂ ਕਹਿ ਸਕਦੇ ਹਾਂ ਵਿਚਾਰਧਾਰਾ ਰਾਜ ਦਾ ਜਿਹੜਾ ਕਿ ਵਿਕਾਸ ਹੋਣਾ ਸ਼ੁਰੂ ਹੁੰਦਾ। ਤੇ ਇਸ ਚੇਤਨਤਾ ਦੇ ਨੇ ਹੀ ਰਾਜਨੀਤਿਕ ਸੰਗਠਨ ਦੀ ਲੋੜ ਮਹਿਸੂਸ ਕੀਤੀ, ਜਿਹਦੇ ਨਾਲ ਆ ਜਿਹੜੇ ਕਿ ਫਿਰ ਰਾਜ ਹੋਂਦ ਦੇ ਵਿੱਚ ਆਇਆ। ਪਹਿਲਾਂ ਕੀ ਆਇਆ, ਪਹਿਲਾਂ ਸਮਾਜ। ਪਹਿਲਾਂ ਤਾਂ ਇਹ ਅੰਤਰ ਹੋ ਗਿਆ ਕਿ ਰਾਜ ਤਾਂ ਬਾਅਦ ਦੇ ਵਿੱਚੋਂ ਆਇਆ। ਦੂਜਾ ਅੰਤਰ ਕੀ ਹੋ ਗਿਆ, ਅੰਤਰ ਨੂੰ ਸਟੂਡੈਂਟਸ ਇਹ ਫਰਕ ਵੀ ਲਿਖ ਸਕਦੇ ਨੇ ਵੀ ਫਰਕ ਕੀ ਹੈ ਜਾਂ ਵਖਰੇਵਾਂ ਕੀ ਹੈ, ਸੋ ਕਨਫਿਊਜ਼ ਨਹੀਂ ਹੋਣਾ। ਅੱਗੇ ਹੈ ਰਾਜ ਲਈ ਨਿਸ਼ਚਿਤ ਇਲਾਕਾ ਜ਼ਰੂਰੀ ਹੈ ਬਟ ਸਮਾਜ ਲਈ ਨਹੀਂ। ਹਾਂਜੀ, ਇਹ ਕੀ ਕਹਿੰਦੇ ਨੇ ਵੀ ਨਿਸ਼ਚਿਤ ਇਲਾਕਾ ਰਾਜ ਦਾ ਜ਼ਰੂਰੀ ਤੱਤ ਹੈ। ਜਿਵੇਂ ਰਾਜ ਦੇ ਜ਼ਰੂਰੀ ਤੱਤ, ਇਹ ਆਪਾਂ ਕੁਐਸਚਨ ਕਰ ਚੁੱਕੇ, ਰਾਜ ਦੇ ਜ਼ਰੂਰੀ ਤੱਤ ਵਸੋਂ, ਠੀਕ ਹੈ। ਵਸੋਂ ਭਾਵ ਕਿ ਜਨਸੰਖਿਆ, ਆਬਾਦੀ, ਫਿਰ ਉਸ ਤੋਂ ਬਾਅਦ ਭੂਮੀ ਤੋਂ ਬਾਅਦ ਫਿਰ ਆਉਂਦੀ ਹੈ ਸਰਕਾਰ, ਫਿਰ ਆਉਂਦੀ ਹੈ ਪ੍ਰਭੂਸੱਤਾ। ਇਹ 4 ਸਰਕਾਰ ਦੇ ਜ਼ਰੂਰੀ ਤੱਤ ਨੇ, ਜ਼ਰੂਰੀ ਤੱਤ ਨੇ। ਤਾਂ ਉਹਨਾਂ ਦੇ ਵਿੱਚੋਂ ਜਿਹੜਾ ਰਾਜ ਲਈ ਇੱਕ ਜ਼ਰੂਰੀ ਤੱਤ ਕੀ ਆ, ਇਲਾਕਾ ਭਾਵ ਕਿ ਭੂਮੀ, ਠੀਕ ਹੈ। ਤਾਂ ਇਹ ਇਲਾਕਾ ਭਾਵ ਕਿ ਭੂਮੀ ਰਾਜ ਲਈ ਜ਼ਰੂਰੀ ਤੱਤ ਹੈ ਬਟ ਸਮਾਜ ਦੇ ਲਈ ਨਹੀਂ ਹੈਗਾ, ਕਿਉਂਕਿ ਸਮਾਜ ਤਾਂ ਜਿੱਥੇ ਜਿਵੇਂ ਖਾਨਾ ਬਦੋਸ਼ ਵਾਲੇ ਨੇ, ਉਹ ਜਿੱਥੇ ਵੀ ਰਹਿੰਦੇ ਨੇ ਆਪਣਾ ਉੱਥੇ ਸਮਾਜ ਬਣਾ ਲੈਂਦੇ ਨੇ, ਹੈ ਨਾ। ਅੱਗੇ ਤੁਰਦੇ ਜਾਂਦੇ ਨੇ, ਜਿੱਥੇ ਵੀ ਉਹ ਇਕੱਠੇ ਹੋ ਜਾਣ ਉੱਥੇ ਉਹ ਆਪਣਾ ਸਮਾਜ ਘੇਰਾ ਬਣਾ ਲੈਂਦੇ ਨੇ। ਬਟ ਜਿਹੜਾ ਰਾਜ ਆ ਉਹਦੇ ਲਈ ਇੱਕ ਨਿਸ਼ਚਿਤ ਬਾਉਂਡਰੀ ਦੇ ਵਿੱਚ ਰਹਿਣੀ ਚਾਹੀਦੀ ਹੈ ਆਬਾਦੀ, ਨਿਸ਼ਚਿਤ ਬਾਉਂਡਰੀ, ਉਹਦਾ ਨਿਸ਼ਚਿਤ ਇਲਾਕਾ ਹੋਣਾ ਚਾਹੀਦਾ, ਠੀਕ ਹੈ। ਇੱਕ ਬਾਉਂਡਰੀ ਹੋਣੀ ਚਾਹੀਦੀ ਹੈ, ਉਸੇ ਨੂੰ ਰਾਜ ਕਿਹਾ ਜਾਊਗਾ। ਹਾਂਜੀ, ਹੁਣ ਆਪਾਂ ਦੇਖਦੇ ਹਾਂ ਨਿਸ਼ਚਿਤ ਨਿਸ਼ਚਿਤ ਇਲਾਕਾ ਰਾਜ ਦਾ ਜ਼ਰੂਰੀ ਤੱਤ ਹੈ। ਨਿਸ਼ਚਿਤ ਇਲਾਕਾ ਭਾਵ ਕਿ ਨਿਸ਼ਚਿਤ ਭੂਮੀ ਤੇ ਨਿਸ਼ਚਿਤ ਇਲਾਕੇ ਤੋਂ ਬਿਨਾਂ ਰਾਜ ਦੀ ਹੋਂਦ ਸੰਭਵ ਨਹੀਂ। ਬਟ ਇਸ ਦੇ ਉਲਟ ਸਮਾਜ ਲਈ ਨਿਸ਼ਚਿਤ ਇਲਾਕੇ ਦਾ ਹੋਣਾ ਜ਼ਰੂਰੀ ਨਹੀਂ। ਸਮਾਜ ਅਸਲ ਦੇ ਵਿੱਚ ਮਨੁੱਖੀ ਸੰਬੰਧਾਂ ਦਾ, ਭਾਵ ਕਿ ਜਿੱਥੇ ਮਨੁੱਖੀ ਜਿਵੇਂ ਖਾਨਾ ਬਦੋਸ਼ ਵਾਲੇ ਜਿੱਥੇ ਰੁਕ ਗਏ ਆਪਣਾ ਜਿਹੜੇ ਕਿ 4-5 ਟੋਲਿਆਂ ਦੇ ਵਿੱਚ, ਉੱਥੇ ਉਹਨਾਂ ਦਾ ਸਮਾਜ ਬਣ ਜਾਂਦਾ। ਫਿਰ ਅੱਗੇ ਜਾਂਦੇ ਨੇ, ਜਿੱਥੇ ਉਹ ਰੁਕਦੇ ਨੇ ਉੱਥੇ ਉਹਨਾਂ ਦਾ ਸਮਾਜ ਬਣ ਜਾਂਦਾ। ਹਾਂਜੀ, ਅੱਗੇ ਹੈਗਾ, ਹਾਂਜੀ, 3rd ਹੈਡਿੰਗ ਕੀ ਹੈ ਕਿ ਸਮਾਜ ਦਾ ਖੇਤਰ, ਸਮਾਜ ਦਾ ਏਰੀਆ, ਠੀਕ ਹੈ, ਰਾਜ ਨਾਲੋਂ ਵੱਡਾ ਹੁੰਦਾ, ਵਿਸ਼ਾਲ ਭਾਵ ਕਿ ਵੱਡਾ ਹੁੰਦਾ। ਹਾਂਜੀ, ਰਾਜ ਆ ਜਿਹੜਾ ਕਿ ਵਿਅਕਤੀ ਦੇ ਰਾਜਨੀਤਿਕ ਜੀਵਨ ਨਾਲ ਹੀ ਸੰਬੰਧਿਤ ਹੈ, ਠੀਕ ਹੈ। ਜਿਹੜੇ ਤਾਂ ਪੱਖ ਰਾਜਨੀਤਿਕ ਜੀਵਨ ਨਾਲ ਸੰਬੰਧਿਤ ਨੇ ਜਾਂ ਰਾਜਨੀਤੀ ਨਾਲ, ਰਾਜਨੀਤਿਕ ਸੰਗਠਨ ਨਾਲ ਸੰਬੰਧਿਤ ਨੇ, ਉਹ ਤਾਂ ਜਿਹੜੇ ਕਿ ਰਾਜ ਦੇ ਅਧੀਨ ਆਉਂਦੇ ਨੇ। ਬਟ ਜਿਹੜੇ ਤੱਥ ਰਾਜਨੀਤੀ ਜਾਂ ਰਾਜਨੀਤਿਕ ਸੰਗਠਨ ਨਾਲ ਕਿਸੇ ਤਰੀਕੇ ਦਾ ਕੋਈ ਸੰਬੰਧ ਨਹੀਂ, ਰਾਜ ਦਾ ਵੀ ਉਹਨਾਂ ਨਾਲ ਕੋਈ ਸੰਬੰਧ ਨਹੀਂ, ਠੀਕ ਹੈ। ਮਤਲਬ ਕਿ ਰਾਜ ਦਾ ਉਹਨਾਂ ਨਾਲ ਹੀ ਸੰਬੰਧ ਹੈ ਜਿਨ੍ਹਾਂ ਦਾ ਰਾਜਨੀਤੀ ਜਾਂ ਰਾਜਨੀਤਿਕ ਸੰਗਠਨ ਨਾਲ ਕਿਸੇ ਤਰੀਕੇ ਦਾ ਸੰਬੰਧ ਹੈ। ਜਿਨ੍ਹਾਂ ਨਾਲ ਇਹਨਾਂ ਦਾ ਕੋਈ ਸੰਬੰਧ ਨਹੀਂ ਤਾਂ ਉੱਥੇ ਵੀ ਰਾਜ ਦਾ ਕੋਈ ਸੰਬੰਧ ਨਹੀਂ। ਬਟ ਇਹਦੇ ਉਲਟ ਕੀ ਹੈ, ਜਿਹੜਾ ਸਮਾਜ ਹੈ, ਸਮਾਜ ਵਿਅਕਤੀ ਦੇ ਜੀਵਨ ਦੇ ਲਗਭਗ ਹਰੇਕ ਪੱਖ ਨਾਲ ਸੰਬੰਧਿਤ ਹੈ। ਚਾਹੇ ਉਹਦਾ ਉਹ ਸਮਾਜਿਕ ਹੈ, ਚਾਹੇ ਉਹਦਾ ਰਾਜਨੀਤਿਕ ਹੈ, ਚਾਹੇ ਉਹਦਾ ਆਰਥਿਕ ਹੈ, ਚਾਹੇ ਉਹਦਾ ਧਾਰਮਿਕ ਪੱਖ ਹੈ, ਠੀਕ ਹੈ। ਚਾਰੋਂ ਪੱਖਾਂ ਨਾਲ ਸੰਬੰਧਿਤ ਹੈ ਸਮਾਜ। ਬਟ ਜਿਹੜਾ ਰਾਜ ਆ ਉਹ ਸਿਰਫ ਰਾਜਨੀਤਿਕ ਪੱਖ ਨਾਲ ਸੰਬੰਧਿਤ ਹੈ। ਤੇ ਇੱਕ ਤਾਂ ਇਹ ਅੰਤਰ ਹੋ ਗਿਆ, ਤੇ ਜਿਸ ਕਰਕੇ ਸਮਾਜ ਦਾ ਘੇਰਾ ਵੱਧਦਾ। ਅੱਗੇ ਹੈ ਰਾਜ ਕੋਲ ਪ੍ਰਭੂਸੱਤਾ ਹੈ, ਸਮਾਜ ਕੋਲ ਨਹੀਂ। ਹਾਂਜੀ, 4th ਪੁਆਇੰਟ ਹੈ ਪ੍ਰਭੂਸੱਤਾ ਰਾਜ ਦਾ ਵੀ ਇੱਕ ਜ਼ਰੂਰੀ ਤੱਤ ਆਪਾਂ ਨੇ ਹੁਣ 4 ਤੱਤਾਂ ਦੇ ਵਿੱਚ ਕੀਤਾ ਹੈ ਕਿ ਪ੍ਰਭੂਸੱਤਾ ਰਾਜ ਕੋਲ ਹੋਣੀ ਚਾਹੀਦੀ ਹੈ। ਪ੍ਰਭੂਸੱਤਾ ਅੰਦਰੂਨੀ ਤੇ ਬਾਹਰੀ ਤੌਰ ਤੇ ਜਿਹੜੀ ਕਿ ਹੋਣੀ ਚਾਹੀਦੀ ਹੈ, ਬਟ ਸਮਾਜ ਕੋਲ ਐਵੇਂ ਕੁਛ ਨਹੀਂ ਹੈ, ਠੀਕ ਹੈ। ਤਾਂ ਪ੍ਰਭੂਸੱਤਾ ਰਾਜ ਦਾ ਇੱਕ ਵਿਸ਼ੇਸ਼ ਅਧਿਕਾਰ ਹੈ ਤੇ ਇਹ ਤੱਤ ਕਿਸੇ ਵੀ ਦੂਜੀ ਸੰਸਥਾ ਕੋਲ ਨਹੀਂ ਹੁੰਦਾ। ਤੇ ਰਾਜ ਦੇ ਕੋਲ ਕਾਨੂੰਨੀ ਸਰੀਰਕ ਦਬਾਅ ਸ਼ਕਤੀ ਹੁੰਦੀ ਹੈ ਤੇ ਅਜਿਹੀ ਸ਼ਕਤੀ ਹੀ ਰਾਜ ਦੀ ਪ੍ਰਭੂਸੱਤਾ ਦਾ ਪ੍ਰਤੀਕ ਹੁੰਦੀ ਹੈ। ਇੱਥੇ ਰਾਜ ਨਹੀਂ ਆਊਗਾ ਸਟੂਡੈਂਟਸ, ਇੱਥੇ ਆਊਗਾ ਸਮਾਜ, ਠੀਕ ਹੈ। ਸਮਾਜ ਕੋਲ ਨਾ ਤਾਂ ਪ੍ਰਭੂਸੱਤਾ ਹੁੰਦੀ ਹੈ ਤੇ ਨਾ ਹੀ ਉਹਦੇ ਕੋਲ ਕਾਨੂੰਨੀ ਸਰੀਰਕ ਦਬਾਅ ਸ਼ਕਤੀ ਹੁੰਦੀ ਹੈ, ਠੀਕ ਹੈ। ਬਟ ਰਾਜ ਦੇ ਕੋਲ ਹੁੰਦੀ ਹੈ। ਇੱਥੇ ਰਾਜ ਨਹੀਂ ਆਊਗਾ, ਇੱਥੇ ਸਮਾਜ ਆਊਗਾ, ਠੀਕ ਹੈ। ਹਾਂਜੀ, ਰਾਜ ਲਈ ਸੰਗਠਨ ਜ਼ਰੂਰੀ ਬਟ ਸਮਾਜ ਲਈ ਨਹੀਂ। ਇੱਕ ਨਿਸ਼ਚਿਤ ਧਰਤੀ ਤੇ, ਠੀਕ ਹੈ, ਰਾਜਨੀਤਿਕ ਤੌਰ ਤੇ ਜਿਹੜੇ ਸੰਗਠਿਤ ਲੋਕਾਂ ਦੇ ਸਮੂਹ ਨੂੰ ਹੀ ਰਾਜ ਕਿਹਾ ਜਾਊਗਾ। ਭਾਵ ਕਿ ਇੱਕ ਨਿਸ਼ਚਿਤ ਧਰਤੀ ਤੇ ਲੋਕ ਰਹਿ ਰਹੇ ਨੇ
ਤੇ ਜੇ ਉਹ ਰਾਜਨੀਤਿਕ ਤੌਰ ਤੇ ਸੰਗਠਿਤ ਨੇ, ਜੇ ਰਾਜਨੀਤਿਕ ਤੌਰ ਤੇ ਸੰਗਠਿਤ ਨੇ ਭਾਵ ਕਿ ਉਹਨਾਂ ਦਾ ਕੋਈ ਲੀਡਰ ਹੈ, ਉਹਨਾਂ ਨੂੰ ਕੋਈ ਸੰਗਠਿਤ ਕਰ ਰਿਹਾ ਹੈ, ਕੋਈ ਰਾਜ ਹੈ, ਠੀਕ ਹੈ, ਕੋਈ ਨਾ ਕੋਈ ਸਰਕਾਰ ਹੈ ਜਿਹੜੀ ਉਹਨਾਂ ਨੂੰ ਸੰਗਠਨ ਕਰ ਰਹੀ ਹੈ, ਤਾਂ ਉਹਨੂੰ ਆਪਾਂ ਕੀ ਕਹਾਂਗੇ? ਰਾਜ। ਠੀਕ ਹੈ। ਤੇ ਰਾਜਨੀਤਿਕ ਸੰਗਠਨ ਤੋਂ ਭਾਵ ਕੀ ਹੈ? ਸਰਕਾਰ। ਦੇਖੋ ਮੈਂ ਹੁਣੇ ਤੁਹਾਨੂੰ ਕਿਹਾ ਵੀ ਜੇ ਉਹਨਾਂ ਨੂੰ ਕੋਈ ਸਰਕਾਰ ਸੰਗਠਿਤ ਕਰ ਰਹੀ ਹੈ, ਸਰਕਾਰ ਉਹਨਾਂ ਤੇ ਇੱਕ ਆਪਣਾ ਜਿਹੜਾ ਕਿ ਆਪਣਾ ਦਬਦਬਾ ਰੱਖ ਰਹੀ ਹੈ, ਤਾਂ ਉਹ ਕੀ ਹੋਊਗਾ? ਜਿਹੜਾ ਕਿ ਰਾਜ। ਤੇ ਅਜਿਹਾ ਸੰਗਠਨ ਕੇਵਲ ਰਾਜ ਲਈ ਹੀ ਹੁੰਦਾ ਹੈ। ਤੇ ਸੰਗਠਨ ਜਿਹੜਾ ਕਿ ਸਮਾਜ ਲਈ ਜ਼ਰੂਰੀ ਨਹੀਂ ਹੈਗਾ। ਸਮਾਜ ਲਈ ਕੋਈ ਜ਼ਰੂਰੀ ਨਹੀਂ ਹੈ ਕਿ ਉਹਨਾਂ ਨੂੰ ਸੰਗਠਿਤ ਕੀਤਾ ਜਾਵੇ ਜਾਂ ਉਹਨਾਂ ਨੂੰ ਇੱਕ ਸਮੂਹ ਦੇ ਵਿੱਚ ਜਿਹੜੇ ਸੰਗਠਿਤ ਜਾਂ ਮਤਲਬ ਕਿ ਉਹ ਸਮੂਹ ਜਿਹੜਾ ਕਿ ਸੰਗਠਿਤ ਵੀ ਹੋ ਸਕਦਾ, ਅਸੰਗਠਿਤ ਵੀ ਹੋ ਸਕਦਾ। ਤੇ ਅਜਿਹੇ ਸਮੂਹ ਨੂੰ ਆਪਾਂ ਜਿਹੜਾ ਕਿ ਸਮਾਜ ਦਾ ਨਾਂ ਦਿੱਤਾ ਜਾ ਸਕਦਾ। ਭਾਵ ਕਿ ਰਾਜ ਦੇ ਲਈ ਸੰਗਠਨ ਜ਼ਰੂਰੀ ਹੈ ਵੀ ਉਹਦੇ ਲਈ ਕੋਈ ਸਰਕਾਰ ਹੋਵੇ, ਬਟ ਸਮਾਜ ਦੇ ਲਈ ਨਹੀਂ ਹੈਗੀ। ਠੀਕ ਹੈ, ਇਹ ਹੋ ਗਿਆ ਪੁਆਇੰਟ ਅੰਤਰ। ਨੰਬਰ 6 ਹੈ ਰਾਜ ਦੇ ਕਾਨੂੰਨਾਂ ਦੀ ਉਲੰਘਣਾ ਕਾਰਨ ਸਰੀਰਕ ਸਜ਼ਾ ਦਿੱਤੀ ਜਾ ਸਕਦੀ ਹੈ, ਬਟ ਸਮਾਜਿਕ ਨਿਯਮਾਂ ਦੇ ਉਲੰਘਣਾ ਦੇ ਕਾਰਨ ਸਜ਼ਾ ਨਹੀਂ ਦਿੱਤੀ ਜਾਂਦੀ। ਤਾਂ ਸਿੰਪਲ ਪੁਆਇੰਟ ਆ ਵੀ ਰਾਜ ਦੇ ਜਿਹੜੇ ਕਾਨੂੰਨ ਨੇ, ਅਗਰ ਕੋਈ ਉਹਨਾਂ ਨੂੰ ਫੋਲੋ ਨਹੀਂ ਕਰਦਾ ਵਿਧਾਨਿਕ ਕਾਨੂੰਨਾਂ ਨੂੰ, ਠੀਕ ਹੈ, ਤਾਂ ਉਹਦੇ ਤੇ ਕਾਨੂੰਨੀ ਵਿਧੀ ਦੁਆਰਾ ਉਹਨੂੰ ਸਜ਼ਾ ਦਿੱਤੀ ਜਾ ਸਕਦੀ ਹੈ। ਬਟ ਜਿਹੜੇ ਸਮਾਜ ਦੇ ਨਿਯਮ ਨੇ ਉਹਨਾਂ ਨੂੰ ਤੁਸੀਂ ਚਾਹੇ ਮੰਨੋ ਚਾਹੇ ਨਾ ਮੰਨੋ, ਤੁਹਾਨੂੰ ਕੋਈ ਸਜ਼ਾ ਨਹੀਂ ਹੋਊਗੀ। ਠੀਕ ਹੈ, ਮਤਲਬ ਕਿ ਸਮਾਜ ਦੇ ਕੋਲ ਇਹੋ ਜਿਹੀ ਕੋਈ ਸ਼ਕਤੀ ਨਹੀਂ ਹੈ ਕਿ ਤੁਹਾਨੂੰ ਉਹ ਸਜ਼ਾ ਦੇ ਸਕੇ। ਮਤਲਬ ਕਿ ਜਿਹੜੇ ਸਮਾਜਿਕ ਨਿਯਮ ਨੇ, ਸਦਾਚਾਰਕ ਨਿਯਮ ਨੇ, ਉਹਨਾਂ ਦੀ ਤੁਸੀਂ ਉਲੰਘਣਾ ਕਰੋ ਚਾਹੇ ਨਾ ਕਰੋ। ਠੀਕ ਹੈ। ਅੱਗੇ ਹੈ 7 ਰਾਜ ਮਨੁੱਖ ਦੇ ਬਾਹਰਲੇ ਕੰਮ ਨਾਲ ਸੰਬੰਧਿਤ ਹੈ, ਬਟ ਸਮਾਜ ਅੰਦਰਲੇ ਤੇ ਬਾਹਰਲੇ ਦੋਵਾਂ ਕੰਮਾਂ ਨਾਲ ਸੰਬੰਧਿਤ ਹੈ। ਹਾਂਜੀ, ਰਾਜ ਵਿਅਕਤੀ ਦੇ ਕਿਸੇ ਕੰਮ ਵਿੱਚ ਉਦੋਂ ਤੱਕ ਦਖਲ ਨਹੀਂ ਦਿੰਦਾ ਜਦੋਂ ਤੱਕ ਵਿਅਕਤੀ ਰਾਜ ਦੇ ਬਣਾਏ ਕਿਸੇ ਕਾਨੂੰਨ ਨੂੰ ਤੋੜਦਾ ਨਹੀਂ। ਰਾਜ ਆ ਜਿਹੜਾ ਵਿਅਕਤੀ ਦੇ ਉਦੋਂ ਤੱਕ ਕਿਸੇ ਵੀ ਮਾਮਲੇ ਦੇ ਵਿੱਚ ਨਹੀਂ ਆਉਂਦਾ ਜਦੋਂ ਤੱਕ ਕੋਈ ਵਿਅਕਤੀ ਕਾਨੂੰਨ ਨਹੀਂ ਤੋੜਦਾ। ਠੀਕ ਹੈ। ਮਨੁੱਖ ਦੀਆਂ ਅੰਦਰਲੀਆਂ ਭਾਵਨਾਵਾਂ ਉਦੋਂ ਤੱਕ ਰਾਜ ਦੇ ਖੇਤਰ ਦੇ ਵਿੱਚ ਨਹੀਂ ਆਉਂਦੀਆਂ ਜਦ ਤੱਕ ਮਨੁੱਖ ਉਹਨਾਂ ਭਾਵਨਾਵਾਂ ਨੂੰ ਅਮਲੀ ਰੂਪ ਨਹੀਂ ਦਿੰਦਾ। ਤੇ ਜਿਹੜੇ ਮਨੁੱਖ ਦੀਆਂ ਅੰਦਰਲੀਆਂ ਭਾਵਨਾਵਾਂ ਨੇ ਉਦੋਂ ਤੱਕ ਜਿਹੜੀ ਕਿ ਹੁਣ ਕੀ ਉਹਦਾ ਮਨ ਦੇ ਵਿੱਚ ਕੀ ਹੈ, ਜਿਹੜੀ ਰਾਜਨੀਤੀ ਬਾਰੇ ਕੁਛ ਨਹੀਂ ਆਪਾਂ ਕਹਿ ਸਕਦੇ ਜਦ ਤੱਕ ਉਹ ਜਿਹੜੇ ਕਿ ਰਾਜਨੀਤੀ ਦੇ ਵਿੱਚ ਸਟੈਂਡ ਨਹੀਂ ਲੈਂਦਾ ਜਾਂ ਆਪਣੀ ਵੋਟਿੰਗ ਨਹੀਂ ਦਿੰਦਾ ਹੈਗਾ, ਜਦ ਤੱਕ ਆਪਾਂ ਨੂੰ ਕੁਛ ਨਹੀਂ ਪਤਾ ਲੱਗਦਾ। ਤਾਂ ਬਟ ਜਿਹੜਾ ਸਮਾਜ ਉਹਦੇ 'ਚ ਅੰਦਰਲੇ ਤੇ ਬਾਹਰਲੇ ਦੋਹਾਂ ਪ੍ਰਕਾਰਾਂ ਦੇ ਕੰਮਾਂ ਤੇ ਵਿਅਕਤੀ ਨੇ ਅਜਿਹੀਆਂ ਨੈਤਿਕ ਤੇ ਅਨੈਤਿਕ ਭਾਵਨਾ ਨਾਲ ਵੀ ਸੰਬੰਧਿਤ ਹੈ। ਭਾਵ ਕਿ ਰਾਜ ਤਾਂ ਸਿਰਫ ਮਨੁੱਖ ਦੇ ਜਦੋਂ ਉਹਨੇ ਜਿਹੜਾ ਕਿ ਅਸਲੀਅਤ ਦੇ ਵਿੱਚ ਆਪਣਾ ਆਪ ਨੂੰ ਜਿਵੇਂ ਪੇਸ਼ ਕੀਤਾ, ਜਦੋਂ ਉਹਨੇ ਰਾਜਨੀਤਿਕ ਕਿਰਿਆਵਾਂ ਵਿੱਚ ਹਿੱਸਾ ਲਿਆ, ਜਦੋਂ ਸੰਬੰਧਿਤ ਹੈ। ਤੇ ਜੇ ਕੋਈ ਕਾਨੂੰਨ ਤੋੜ ਰਹੇ ਆ, ਠੀਕ ਹੈ, ਤਾਂ ਉਹਦੇ 'ਚ ਦਖਲਅੰਦਾਜ਼ੀ ਦਿੰਦਾ। ਬਟ ਜਿਹੜਾ ਸਮਾਜ ਆ ਉਹ ਮਨੁੱਖ ਦੇ ਅੰਦਰਲੇ ਤੇ ਬਾਹਰਲੇ ਦੋਹਾਂ ਪ੍ਰਕਾਰਾਂ ਦੇ ਕੰਮਾਂ ਤੇ ਉਹਨਾਂ ਦੀ ਵਿਅਕਤੀ ਦੀਆਂ ਨੈਤਿਕ ਤੇ ਅਨੈਤਿਕ ਭਾਵਨਾਵਾਂ ਨਾਲ ਸੰਬੰਧਿਤ ਹੈ। ਠੀਕ ਹੈ, ਜਿਨ੍ਹਾਂ ਨੂੰ ਭਾਵੇਂ ਉਹ ਅਸਲੀ ਰੂਪ ਦੇ ਵਿੱਚ ਨਾ ਵੀ ਦਿੱਤਾ ਗਿਆ ਹੋਵੇ। ਅੱਗੇ ਹੈ ਰਾਜ ਸਮਾਜ ਦਾ ਇੱਕ ਹਿੱਸਾ। ਹਾਂਜੀ, ਸਮਾਜ ਇੱਕ ਵਿਸ਼ਾਲ ਸਮੂਹ ਆ ਜਿਹਦੇ ਵਿੱਚ ਅਨੇਕਾਂ ਸਮੁਦਾਇ ਤੇ ਸੰਸਥਾਵਾਂ ਨੇ, ਤਾਂ ਰਾਜ ਵੀ ਉਹਨਾਂ ਦੇ ਵਿੱਚੋਂ ਇੱਕ ਹੈ। ਠੀਕ ਹੈ, ਜੋ ਸਮਾਜ ਦਾ ਇੱਕ ਅੰਗ ਹੈ। ਇਸ ਲਈ ਰਾਜ ਨੂੰ ਆਪਾਂ ਸਮਾਜ ਦਾ ਹੀ ਇੱਕ ਹਿੱਸਾ ਮੰਨਿਆ ਜਾਂਦਾ। ਸੋ ਇਹ ਸੀ ਇਹਦੇ ਵਿੱਚ ਅੰਤਰ, ਰਾਜ ਤੇ ਸਮਾਜ ਦੇ ਵਿੱਚ ਅੰਤਰ। ਫਿਰ ਤੁਸੀਂ ਐਂਡ ਦੇ ਵਿੱਚ ਸਿੱਟਾ ਕੱਢਣਾ। ਠੀਕ ਹੈ, ਵੀ ਇਹਨਾਂ ਦੇ ਵਿੱਚ ਇਹ ਅੰਤਰ ਨੇ। ਦੈਨ ਹੁਣ ਆਪਾਂ ਕਰਦੇ ਹਾਂ ਅਗਲਾ ਕੁਐਸਚਨ, ਰਾਜ ਦੀ ਪਰਿਭਾਸ਼ਾ, ਸਰਕਾਰ ਤੋਂ ਇਸ ਦਾ ਅੰਤਰ, ਜਾਂ ਰਾਜ ਤੇ ਸਰਕਾਰ ਦੇ ਵਿੱਚ ਕੀ ਅੰਤਰ ਹੈ। ਠੀਕ ਹੈ, ਰਾਜ ਤੇ ਸਰਕਾਰ ਦੇ ਵਿੱਚ ਕੀ ਅੰਤਰ ਹੈ। ਹਾਂਜੀ, ਸਧਾਰਨ ਬੋਲਚਾਲ ਦੇ ਵਿੱਚ ਪਹਿਲਾਂ ਆਪਾਂ ਜਾਣ ਪਛਾਣ ਦੇਵਾਂਗੇ, ਫਿਰ ਤੁਸੀਂ ਰਾਜ ਦਾ ਅਰਥ ਕੀ ਹੈ, ਸਰਕਾਰ ਦਾ ਅਰਥ ਕੀ ਹੈ ਇਹ ਦੇਣਾ। ਠੀਕ ਹੈ, ਸਧਾਰਨ ਆਪਾਂ ਬੋਲਚਾਲ ਦੇ ਵਿੱਚ ਰਾਜ ਤੇ ਸਰਕਾਰ ਦੇ ਸ਼ਬਦ ਦੀ ਵਰਤੋਂ ਇੱਕੋ ਦੂਜੇ ਦੀ ਥਾਂ ਤੇ ਹਮੇਸ਼ਾ ਕਰ ਲੈਂਦੇ ਹਾਂ। ਬਟ ਸਧਾਰਨ ਵਿਅਕਤੀ ਲਈ ਸਰਕਾਰ ਦੇ ਰਾਜ ਦੇ ਵਿੱਚ ਕੋਈ ਅੰਤਰ ਨਹੀਂ ਹੈਗਾ, ਕਿਉਂਕਿ ਉਹਦਾ ਸੰਬੰਧ ਪ੍ਰਤੱਖ ਤੌਰ ਤੇ ਕੰਮ ਕਰਨ ਵਾਲੀ ਸੰਸਥਾ ਸਰਕਾਰ ਨਾਲ ਹੀ ਹੈ। ਭਾਵ ਕਿ ਜਿਹੜਾ ਸਧਾਰਨ ਵਿਅਕਤੀ ਆ ਉਹਦਾ ਤਾਂ ਸੰਬੰਧ ਸਿਰਫ ਇੰਨਾ ਕਿ ਜਿਹੜਾ ਸੰਸਥਾ ਕੰਮ ਕਰ ਰਹੀ ਉਹ ਸਰਕਾਰ ਆ। ਤੇ ਸਧਾਰਨ ਵਿਅਕਤੀ ਲਈ ਰਾਜ ਦੀ ਕੋਈ ਮਹੱਤਤਾ ਨਹੀਂ ਹੈ, ਕਿਉਂਕਿ ਰਾਜ ਇੱਕ ਅਦ੍ਰਿਸ਼ ਤੇ ਕਲਪਿਤ ਧਾਰਨਾ, ਰਾਜ ਇੱਕ ਅਦ੍ਰਿਸ਼ ਅਤੇ ਕਲਪਿਤ ਧਾਰਨਾ। ਤੇ ਜੌਨ ਲੌਕ ਇੰਗਲੈਂਡ ਦਾ ਪਹਿਲਾ ਵਿਦਵਾਨ ਸੀ ਜਿਸ ਨੇ ਰਾਜ ਤੇ ਸਰਕਾਰ ਦੇ ਵਿੱਚ ਅੰਤਰ ਕੀਤਾ। ਦੇਖੋ ਇਹ ਇੰਪੋਰਟੈਂਟ ਲਾਈਨ ਵੀ ਕਿਹੜਾ ਵਿਦਵਾਨ ਸੀ ਜਿਸ ਨੇ ਰਾਜ ਤੇ ਸਰਕਾਰ ਦੇ ਵਿੱਚ ਅੰਤਰ ਕੀਤਾ, ਤਾਂ ਉਹ ਸੀ ਜੌਨ ਲੌਕ। ਇਸ ਤੋਂ ਪਹਿਲਾਂ ਰਾਜ ਤੇ ਸਰਕਾਰ ਦੇ ਵਿੱਚ ਕੋਈ ਅੰਤਰ ਨਹੀਂ ਸੀ। ਜਿਵੇਂ ਆਪਾਂ ਨੇ ਪਹਿਲਾਂ ਦੇਖਿਆ ਕਿ ਰਾਜ ਤੇ ਸਮਾਜ ਦੇ ਵਿੱਚ ਵੀ ਕੋਈ ਅੰਤਰ ਨਹੀਂ ਸੀ, ਬਟ ਜਦੋਂ ਜਿਹੜੇ ਕਿ ਰਾਜ ਦਾ ਵਿਕਾਸ ਹੁੰਦਾ ਗਿਆ ਤਾਂ ਤਿਵੇਂ ਜਿਹੜੇ ਕਿ ਰਾਜ ਤੇ ਸਮਾਜ ਦੇ ਵਿੱਚ ਅੰਤਰ ਹੁੰਦਾ ਗਿਆ। ਤਾਂ ਸੇਮ ਇੱਥੇ ਵੀ ਆ ਵੀ ਇੰਗਲੈਂਡ ਦਾ ਪਹਿਲਾ ਵਿਦਵਾਨ ਸਿਰਫ ਜਿਹੜਾ ਜੌਨ ਲੌਕ ਹੀ ਸੀ ਜਿਸ ਨੇ ਰਾਜ ਤੇ ਸਰਕਾਰ ਦੇ ਵਿੱਚ ਅੰਤਰ ਕੀਤਾ। ਇਸ ਤੋਂ ਪਹਿਲਾਂ ਰਾਜ ਤੇ ਸਰਕਾਰ ਦੇ ਵਿੱਚ ਕੋਈ ਜਿਹੜਾ ਕਿ ਵਿਸ਼ੇਸ਼ ਅੰਤਰ ਨਹੀਂ ਕੀਤਾ ਜਾਂਦਾ ਸੀ। ਤੇ ਜਿਹੜਾ ਫਰਾਂਸ ਦਾ ਬਾਦਸ਼ਾਹ ਸੀ ਲੂਈ 14ਵਾਂ,
ठीक है। लुईस 14वां वो कहना सी कि मैं राज हाँ। ਅਸਲ ਦੇ ਵਿੱਚ ਉਹ ਆਪਣੇ ਆਪ ਨੂੰ ਸਰਕਾਰ ਮੰਨ ਕੇ ਇਹ ਸ਼ਬਦ ਉਚਾਰਦੇ ਸੀ, ਮਤਲਬ ਕਿ ਮੈਂ ਰਾਜ ਹਾਂ ਇਹ ਸ਼ਬਦ ਉਹ ਕਿਉਂ ਕਹਿੰਦੇ ਸੀ, ਕਿਉਂਕਿ ਉਹਨਾਂ ਦੀ ਸਰਕਾਰ ਸੀ ਤਾਂ ਉਹ ਸਰਕਾਰ ਨੂੰ ਹੀ ਮੰਨ ਕੇ ਕਹਿੰਦੇ ਸੀ ਕਿ ਮੈਂ ਇੱਕ ਰਾਜ ਹਾਂ। ਅਤੇ ਉਸ ਸਮੇਂ ਰਾਜ ਅਤੇ ਸਰਕਾਰ ਦੇ ਵਿੱਚ ਕੋਈ ਅੰਤਰ ਨਹੀਂ ਕੀਤਾ ਜਾਂਦਾ ਸੀ। ਅਤੇ ਰਾਜ ਦੇ ਸਰਕਾਰ ਦੇ ਵਿੱਚ ਮਹੱਤਵਪੂਰਨ ਅੰਤਰ ਨੇ, ਅਤੇ ਇਹ ਆਪਾਂ ਦੇਖਦੇ ਹਾਂ ਹੁਣ ਇਹਨਾਂ ਦੇ ਵਿੱਚ ਕਿਹੜੇ ਕਿਹੜੇ ਅੰਤਰ ਨੇ। ਇਹ ਤੁਹਾਡਾ ਸਾਰਾ ਜਾਣ ਪਛਾਣ ਦੇ ਵਿੱਚ ਜਾਊਗਾ, ਜਾਣ ਪਛਾਣ ਹੈਡਿੰਗ ਦੇ ਵਿੱਚ। ਅਤੇ ਰਾਜ ਕੀ ਹੈ ਤੁਸੀਂ ਉਹ ਪਰਿਭਾਸ਼ਾ ਵੀ ਲਿਖ ਸਕਦੇ ਜਿਹੜੇ ਆਪਾਂ ਨੇ ਪਿੱਛੇ ਕੀਤੀਆਂ ਨੇ, ਠੀਕ ਹੈ। ਰਾਜ ਲੋਕਾਂ ਦਾ ਇੱਕ ਸਮੂਹ ਹੈ ਜੋ ਸਥਾਈ ਤੌਰ 'ਤੇ ਧਰਤੀ 'ਤੇ ਇੱਕ ਨਿਸ਼ਚਿਤ ਭਾਗ 'ਤੇ ਵਸੇ ਹੋਏ ਨੇ। ਭਾਵ ਕਿ ਰਾਜ ਕੀ ਹੈ, ਉਹ ਅਜਿਹਾ ਸਮੂਹ ਹੈ ਜੋ ਸਥਾਈ ਤੌਰ 'ਤੇ ਧਰਤੀ 'ਤੇ ਇੱਕ ਨਿਸ਼ਚਿਤ ਇਲਾਕੇ ਦੇ ਵਿੱਚ ਵਸੇ ਹੋਏ ਨੇ, ਤਾਂ ਉਹਨਾਂ ਦੀ ਆਪਣੀ ਇੱਕ ਸੰਗਠਿਤ ਸਰਕਾਰ ਹੈ ਜਿਹਦੇ ਦੇਸ਼ਾਂ ਦੀ ਪਾਲਣਾ ਉਹਨਾਂ ਲੋਕਾਂ ਦੁਆਰਾ ਕਰਨੀ ਜ਼ਰੂਰੀ ਹੈ, ਕਿਉਂਕਿ ਸਰਕਾਰ ਆ ਰਾਜ ਦੀ ਪ੍ਰਭੂ ਸੱਤਾ ਦੀ ਵਰਤੋਂ ਕਰਦੀ ਹੈ। ਸਰਕਾਰ ਰਾਜ ਦੀ ਪ੍ਰਭੂ ਸੱਤਾ, ਜਿਹੜੀ ਸਰਕਾਰ ਪ੍ਰਭੂ ਸੱਤਾ ਵਰਤਦੀ ਉਹ ਅਸਲ ਦੇ ਵਿੱਚ ਰਾਜ ਦੀ ਹੈ, ਅਤੇ ਰਾਜ ਲਈ ਵਸੋਂ ਨਿਸ਼ਚਿਤ ਭੂਮੀ ਸਰਕਾਰ ਅਤੇ ਪ੍ਰਭੂ ਸੱਤਾ ਦਾ ਹੋਣਾ ਜ਼ਰੂਰੀ ਹੈ। ਅਤੇ ਹੁਣ ਸਰਕਾਰ ਦੇਖਦੇ ਕੀ ਹੈ। ਪ੍ਰੋਫੈਸਰ ਗਾਰਨਰ ਦੇ ਅਨੁਸਾਰ ਸਰਕਾਰ ਇੱਕ ਅਜਿਹਾ ਸੰਗਠਨ ਜਾਂ ਸਾਧਨ ਹੈ ਜਿਸ ਦੇ ਰਾਹੀਂ ਲੋਕਾਂ ਜਾਂ ਰਾਜ ਦੀ ਸਮੂਹਿਕ ਇੱਛਾ ਦਾ ਨਿਰਮਾਣ ਪ੍ਰਗਟਾਵਾ ਹੁੰਦਾ ਅਤੇ ਉਹਨੂੰ ਲਾਗੂ ਕੀਤਾ ਜਾਂਦਾ। ਭਾਵ ਕਿ ਜਿਸ ਦੇ ਰਾਹੀਂ ਲੋਕਾਂ ਜਾਂ ਰਾਜ ਦੀ ਸਮੂਹਿਕ ਇੱਛਾ ਦਾ ਨਿਰਮਾਣ ਹੁੰਦਾ, ਪ੍ਰਗਟਾਵਾ ਹੁੰਦਾ ਅਤੇ ਉਹਨੂੰ ਲਾਗੂ ਕੀਤਾ ਜਾਂਦਾ। ਹੁਣ ਇਹਨਾਂ ਦੇ ਵਿੱਚ ਆਪਾਂ ਅੰਤਰ ਦੇਖਦੇ ਹਾਂ। ਹਾਂਜੀ, ਸਰਕਾਰ ਰਾਜ ਦਾ ਹੀ ਇੱਕ ਤੱਤ ਹੈ। ਪਹਿਲਾਂ ਤਾਂ ਇਹੀ ਹੈ ਕਿ ਜਿਹੜਾ ਸਰਕਾਰ ਉਹ ਰਾਜ ਦੇ ਇੱਕ ਜ਼ਰੂਰੀ ਤੱਤਾਂ ਦੇ ਵਿੱਚੋਂ ਇੱਕ ਤੱਤ ਹੈ। ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਰਾਜ ਦੇ 4 ਜ਼ਰੂਰੀ ਤੱਤ ਹੈਗੇ ਨੇ, ਵਸੋਂ, ਭੂਮੀ, ਠੀਕ ਹੈ। ਵਸੋਂ ਨੂੰ ਜਨਸੰਖਿਆ ਕਹਿ ਦਿੰਦੇ ਨੇ, ਆਬਾਦੀ ਵੀ ਕਹਿ ਦਿੰਦੇ ਨੇ। ਅੱਗੇ ਹੈ ਨਿਸ਼ਚਿਤ ਭੂਮੀ ਜਿਹਨੂੰ ਇਲਾਕਾ ਵੀ ਕਹਿ ਦਿੰਦੇ ਨੇ। ਫਿਰ ਸਰਕਾਰ ਅਤੇ ਪ੍ਰਭੂ ਸੱਤਾ। ਤਾਂ ਸਰਕਾਰ ਉਹਨਾਂ 4 ਜ਼ਰੂਰੀ ਤੱਤਾਂ ਦੇ ਵਿੱਚੋਂ ਹੀ ਰਾਜ ਦਾ ਇੱਕ ਜ਼ਰੂਰੀ ਤੱਤ ਹੈ। ਤਾਂ ਰਾਜ ਇੱਕ ਕਲਪਨਾ, ਇਹ ਇੱਕ ਅਦ੍ਰਿਸ਼ ਹੈ, ਅਮੂਰਤ ਹੈ ਸੰਸਥਾ, ਅਤੇ ਜਨਸੰਖਿਆ, ਨਿਸ਼ਚਿਤ ਇਲਾਕਾ, ਸਰਕਾਰ, ਪ੍ਰਭੂ ਸੱਤਾ ਦੇ 4 ਜ਼ਰੂਰੀ ਤੱਤ ਨੇ। ਅਤੇ ਸਰਕਾਰ ਰਾਜ ਦਾ ਇੱਕ ਤੱਤ ਹੈ ਅਤੇ ਰਾਜ ਤੋਂ ਵੱਖ ਇਸ ਦੀ ਕੋਈ ਹੋਂਦ ਨਹੀਂ ਹੋ ਸਕਦੀ। ਅੱਗੇ ਹੈ ਨਿਸ਼ਚਿਤ ਇਲਾਕਾ ਰਾਜ ਲਈ ਜ਼ਰੂਰੀ ਹੈ ਬਟ ਸਰਕਾਰ ਲਈ ਨਹੀਂ। ਤਾਂ ਨਿਸ਼ਚਿਤ ਇਲਾਕਾ ਰਾਜ ਦਾ ਜ਼ਰੂਰੀ ਤੱਤ ਹੈ। ਇਲਾਕੇ ਤੋਂ ਬਿਨਾਂ ਰਾਜ ਦੀ ਹੋਂਦ ਸੰਭਵ ਨਹੀਂ ਹੈਗੀ। ਅਤੇ ਇਲਾਕਾ ਰਾਜ ਦਾ ਭੌਤਿਕ ਤੱਤ ਹੈ, ਠੀਕ ਹੈ, ਫਿਜ਼ੀਕਲ ਐਲੀਮੈਂਟ ਹੈ ਇਹ ਇਲਾਕਾ। ਆਪਾਂ ਕਹਿ ਸਕਦੇ ਕਿ ਜਿਹੜੇ ਕਿ ਭੂਮੀ। ਬਟ ਸਰਕਾਰ ਲਈ ਅਜਿਹੇ ਭੌਤਿਕ ਤੱਤ ਦੀ ਕੋਈ ਜ਼ਰੂਰਤ ਨਹੀਂ ਹੈਗੀ। ਸਰਕਾਰ ਤਾਂ ਕੁਝ ਵਿਅਕਤੀਆਂ ਦੀ ਅਜਿਹੀ ਸੰਸਥਾ ਜੋ ਰਾਜ ਦੀ ਇੱਛਾ ਨੂੰ ਪ੍ਰਗਟ ਕਰਦੀ ਹੈ। ਮਤਲਬ ਕਿ ਸਰਕਾਰ ਤਾਂ ਰਾਜ ਦੀ ਹੀ ਇੱਕ ਸੰਸਥਾ ਜਿਹੜੀ ਰਾਜ ਦੀਆਂ ਇੱਛਾਵਾਂ ਨੂੰ ਪ੍ਰਗਟ ਕਰਦੀ ਹੈ, ਅਤੇ ਅਜਿਹੇ ਉਦੇਸ਼ਾਂ ਲਈ ਸੰਸਥਾ ਲਈ ਨਿਸ਼ਚਿਤ ਇਲਾਕੇ ਦਾ ਹੋਣਾ ਜ਼ਰੂਰੀ ਨਹੀਂ ਹੈ। ਅੱਗੇ ਹੈ 3rd, ਰਾਜ ਦੀ ਮੈਂਬਰੀ ਸਾਰਿਆਂ ਲਈ ਲਾਜ਼ਮੀ ਹੈ ਬਟ ਸਰਕਾਰ ਦੀ ਮੈਂਬਰੀ ਲਾਜ਼ਮੀ ਨਹੀਂ। ਹਾਂਜੀ, ਕੋਈ ਵੀ ਵਿਅਕਤੀ ਰਾਜ ਦੀ ਮੈਂਬਰੀ ਪ੍ਰਵਾਨ ਕਰਨ ਤੋਂ ਇਨਕਾਰ ਨਹੀਂ ਕਰ ਸਕਦਾ। ਰਾਜ ਦੀ ਮੈਂਬਰੀ ਸਾਰੇ ਵਿਅਕਤੀਆਂ ਲਈ ਜ਼ਰੂਰੀ ਹੁੰਦੀ ਹੈ ਬਟ ਸਰਕਾਰ ਦੀ ਮੈਂਬਰੀ ਕਿਸੇ ਵੀ ਵਿਅਕਤੀ ਲਈ ਕੋਈ ਜ਼ਰੂਰੀ ਨਹੀਂ ਹੁੰਦੀ ਹੈਗੀ। ਭਾਵ ਕਿ ਜਿਵੇਂ ਹੁਣ ਆਪਾਂ ਭਾਰਤ ਦੇ ਵਿੱਚ ਰਹਿ ਰਹੇ ਤਾਂ ਆਪਾਂ ਨੂੰ ਇੱਕ ਆਪਣੇ ਆਧਾਰ ਕਾਰਡ 'ਤੇ ਵੀ ਲਿਖਿਆ ਹੋਇਆ ਕਿ ਅਸੀਂ ਭਾਰਤ ਦੇ ਵਾਸੀ ਹਾਂ, ਹੈ ਨਾ। ਤਾਂ ਮਤਲਬ ਕਿ ਇਹ 'ਤੇ ਜੇ ਕੋਈ ਵਿਦੇਸ਼ ਦੇ ਵਿੱਚ ਜਾਂਦਾ ਤਾਂ ਉੱਥੋਂ ਦਾ ਵਾਸੀ ਹੋ ਜਾਂਦਾ, ਤਾਂ ਉਹ ਇੱਕ ਜ਼ਰੂਰੀ ਹੈ, ਲਾਜ਼ਮੀ ਪ੍ਰਵਾਨਗੀ ਜ਼ਰੂਰੀ ਹੈ। ਬਟ ਸਰਕਾਰ ਦੇ ਲਈ ਨਹੀਂ। ਸਰਕਾਰਾਂ ਤਾਂ 5 ਸਾਲ ਬਾਅਦ ਚੇਂਜ ਹੁੰਦੀਆਂ ਨੇ, ਉਹਦੇ ਲਈ ਆਪਾਂ ਨੂੰ ਕੋਈ ਜ਼ਰੂਰੀ ਨਹੀਂ, ਆਪਾਂ ਨੂੰ ਕਿਤੇ ਲਿਖਾਉਣਾ ਨਹੀਂ ਪੈਂਦਾ ਵੀ ਅਸੀਂ ਇਹ ਸਰਕਾਰ ਦੇ ਨਾਲ, ਉਹ 'ਤੇ ਕੁਛ ਨਹੀਂ ਹੈ, ਹੈ ਨਾ। ਤਾਂ ਸਰਕਾਰ ਦੀ ਮੈਂਬਰੀ ਕੋਈ ਲਾਜ਼ਮੀ ਨਹੀਂ ਹੈਗੀ, ਤੁਸੀਂ ਵੋਟ ਦੇਵੋ ਚਾਹੇ ਨਾ ਦੇਵੋ, ਕੋਈ ਨੋ ਪ੍ਰੋਬਲਮ। ਬਟ ਰਾਜ ਦੀ ਮੈਂਬਰੀ ਜਿਹੜੀ ਜ਼ਰੂਰੀ ਹੈ, ਲਾਜ਼ਮੀ ਹੈ, ਠੀਕ ਹੈ। ਇੱਕ ਤਾਂ ਇਹ ਪੁਆਇੰਟ ਹੋ ਗਿਆ। ਅਤੇ ਅੱਗੇ ਹੈ ਰਾਜ ਦੇ 4th, ਰਾਜ ਦੇ ਤੱਤਾਂ ਅਤੇ ਸਰਕਾਰ ਦੇ ਅੰਗਾਂ ਵਿੱਚ ਅੰਤਰ। ਵਸੋਂ, ਨਿਸ਼ਚਿਤ ਇਲਾਕਾ, ਸਰਕਾਰ ਅਤੇ ਪ੍ਰਭੂ ਸੱਤਾ ਇਹ ਰਾਜ ਦੇ ਜ਼ਰੂਰੀ ਤੱਤ ਨੇ। ਅਤੇ ਜੇ ਆਪਾਂ ਹੁਣ ਦੇਖੀਏ ਸਰਕਾਰ ਦੇ ਵਿੱਚ ਐਵੇਂ ਦਾ ਕੋਈ ਤੱਤ ਨਹੀਂ ਹੁੰਦਾ। ਹਾਂ, ਸਰਕਾਰ ਦੇ ਜ਼ਰੂਰੀ ਅੰਗ ਇਹ ਨੇ: ਵਿਧਾਨਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ। ਵਿਧਾਨਪਾਲਿਕਾ ਕਾਨੂੰਨਾਂ ਦਾ ਨਿਰਮਾਣ ਕਰਦੀ ਹੈ, ਕਾਰਜਪਾਲਿਕਾ ਕਾਨੂੰਨਾਂ ਨੂੰ ਲਾਗੂ ਕਰਦੀ ਹੈ, ਅਤੇ ਨਿਆਂਪਾਲਿਕਾ ਕਾਨੂੰਨਾਂ ਦੀ ਰੱਖਿਆ ਕਰਦੀ ਹੈ। ਅੱਗੇ ਹੈ 5th ਪੁਆਇੰਟ, ਰਾਜ ਦੇ ਮੈਂਬਰਾਂ ਦੇ ਮੁਕਾਬਲੇ ਸਰਕਾਰ ਦੇ ਮੈਂਬਰਾਂ ਦੀ ਗਿਣਤੀ ਬਹੁਤ ਥੋੜ੍ਹੀ ਹੁੰਦੀ ਹੈ। ਹਾਂਜੀ, ਰਾਜ ਦੀ ਮੈਂਬਰੀ ਸਾਰੇ ਵਿਅਕਤੀਆਂ ਲਈ ਲਾਜ਼ਮੀ ਹੁੰਦੀ ਹੈ। ਜੇ ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੱਤੀ ਕਿ ਆਪਾਂ ਭਾਰਤ ਦੇ ਵਿੱਚ, ਠੀਕ ਹੈ, ਅਤੇ ਜੇ ਕੋਈ ਵਿਦੇਸ਼ ਦੇ ਵਿੱਚ ਹੈ ਤਾਂ ਉਹ ਵਿਦੇਸ਼ੀ ਨਾਗਰਿਕਤਾ ਹੁੰਦੀ ਹੈ, ਭਾਵ ਕਿ ਉਹ ਰਾਜ ਦਾ ਮੈਂਬਰ ਹੁੰਦਾ। ਇਹਦੇ ਲਈ ਰਾਜ ਦੇ ਮੈਂਬਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ। ਬਟ ਇਸ ਦੇ ਉਲਟ ਸਰਕਾਰ ਦੇ ਵਿੱਚ ਥੋੜ੍ਹੇ ਜਿਹੇ ਵਿਅਕਤੀ ਹੀ ਸ਼ਾਮਲ ਹੁੰਦੇ ਨੇ। ਹੁਣ ਸਪੋਜ਼ ਜਿਹੜੀ ਵੀ ਸਰਕਾਰ ਆ ਉਹਦੇ ਵਿੱਚ ਤਾਂ ਜਿੰਨੇ ਕੁ ਮੈਂਬਰ ਨੇ ਉਹਨੇ ਕਿੰਨੇ, ਬਟ ਜਿਹੜੇ ਰਾਜ ਦੇ ਵਿੱਚ ਆਪਾਂ ਬੈਠੇ ਹਾਂ ਉਹਦੇ ਵਿੱਚ ਕਿੰਨੇ ਮੈਂਬਰ ਹੋ ਗਏ, ਤਾਂ ਘੇਰਾ ਕਿਹਦਾ ਵੱਡਾ ਹੋ ਗਿਆ? ਰਾਜ ਦਾ, ਠੀਕ ਹੈ। ਅੱਗੇ ਹੈਗਾ ਨੈਕਸਟ ਪੁਆਇੰਟ, ਵੱਧ ਤੋਂ ਵੱਧ ਤੁਹਾਡੇ ਹੈਡਿੰਗ ਯਾਦ ਹੋਣੇ ਚਾਹੀਦੇ ਨੇ ਸਟੂਡੈਂਟਸ। ਪ੍ਰਭੂ ਸੱਤਾ ਰਾਜ ਕੋਲ ਹੁੰਦੀ ਹੈ ਬਟ ਸਰਕਾਰ ਕੋਲ ਨਹੀਂ। ਹਾਂਜੀ, ਪ੍ਰਭੂ ਸੱਤਾ ਰਾਜ ਦਾ ਜ਼ਰੂਰੀ ਤੱਤ ਹੈ ਅਤੇ ਸਰਕਾਰ ਕੋਲ ਪ੍ਰਭੂ ਸੱਤਾ ਦੀ ਹੋਂਦ ਨਹੀਂ ਹੁੰਦੀ, ਕਿਉਂਕਿ ਪ੍ਰਭੂ ਸੱਤਾ ਕੇਵਲ ਰਾਜ ਦਾ ਹੀ ਇੱਕ ਅਧਿਕਾਰ ਹੁੰਦਾ। ਪ੍ਰਭੂ ਸੱਤਾ 'ਤੇ ਕੇਵਲ ਰਾਜ ਦਾ ਹੀ ਇੱਕ ਅਧਿਕਾਰ ਹੁੰਦਾ
ਤੇ ਵਿਵਹਾਰ ਦੇ ਵਿੱਚ ਰਾਜ ਦੀ ਪ੍ਰਭੂ ਸੱਤਾ ਦੀ ਵਰਤੋਂ ਸਰਕਾਰ ਦੁਆਰਾ ਹੀ ਕੀਤੀ ਜਾਂਦੀ ਹੈ। ਬਟ ਇਹ ਵਰਤੋਂ ਸਰਕਾਰ ਆਪਣੇ ਵੱਲੋਂ ਨਹੀਂ ਸਗੋਂ ਰਾਜ ਦੇ ਨਾਮ ਤੇ ਹੀ ਕਰਦੀ ਹੈ। ਭਾਵ ਕਿ ਜਿਹੜੀ ਸਰਕਾਰ ਪ੍ਰਭੂ ਸੱਤਾ ਦੀ ਵਰਤੋਂ ਕਰਦੀ ਹੈ ਉਹ ਆਪਣੇ ਨਾਮ ਤੇ ਨਹੀਂ ਬਟ ਇਹ ਰਾਜ ਦੇ ਨਾਂ ਤੇ ਕਰਦੀ ਹੈ। ਠੀਕ ਹੈ, ਜਿਵੇਂ ਹੁਣ ਕੋਈ ਮਰਜ਼ੀ ਸਰਕਾਰ ਆ 5 ਸਾਲ ਬਾਅਦ ਆਉਂਦੀ ਹੈ ਬਟ ਜਿਹੜੇ ਉਹ ਨਿਯਮਾਂ ਨੂੰ ਲੈ ਕੇ ਚੱਲਦੀ ਉਹ ਭਾਰਤ ਸਰਕਾਰ ਦੇ ਨਿਯਮ ਹੁੰਦੇ ਨੇ। ਠੀਕ ਹੈ, ਉਹਨਾਂ ਦੇ ਭਾਰਤੀ ਸੰਵਿਧਾਨ ਦੇ ਨਿਯਮ ਹੁੰਦੇ ਨੇ। ਅੱਗੇ ਹੈ 7th, ਰਾਜ ਸਵਾਮੀ ਅਪਟ ਸਰਕਾਰ ਇੱਕ ਸੇਵਕ ਹੈ। ਹਾਂਜੀ, ਸਰਕਾਰ ਦਾ ਕੰਮ ਰਾਜ ਦੀ ਇੱਛਾ ਨੂੰ ਪ੍ਰਗਟਾਉਣਾ ਤੇ ਲਾਗੂ ਕਰਨਾ ਤੇ ਸਰਕਾਰ ਜੋ ਵੀ ਕੰਮ ਕਰਦੀ ਹੈ ਉਹ ਰਾਜ ਵੱਲੋਂ ਹੀ ਕੀਤਾ ਜਾਂਦਾ। ਤਾਂ ਸ਼ਕਤੀਆਂ ਰਾਜ ਕੋਲ ਨੇ ਬਟ ਉਹਦੀ ਵਰਤੋਂ ਰਾਜ ਦੀ ਇੱਛਾ ਸ਼ਕਤੀਆਂ ਰਾਜ ਕੋਲ ਨੇ ਬਟ ਉਸ ਦੀ ਵਰਤੋਂ ਰਾਜ ਦੀ ਇੱਛਾ ਅਨੁਸਾਰ ਹੀ ਸਰਕਾਰ ਕਰਦੀ ਹੈ। ਰਾਜ ਦੀ ਇੱਛਾ ਤੋਂ ਬਿਨਾਂ ਸਰਕਾਰ ਉਹਨਾਂ ਦੀ ਵਰਤੋਂ ਨਹੀਂ ਕਰਦੀ। ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਰਾਜ ਸਵਾਮੀ ਹੈ, ਰਾਜ ਮਾਲਕ ਹੈ ਬਟ ਸਰਕਾਰ ਇੱਕ ਸੇਵਕ ਦੇ ਤੌਰ ਤੇ ਕੰਮ ਕਰਦੀ ਹੈ। ਅੱਗੇ ਹੈ ਰਾਜ ਸਥਾਈ ਹੈ ਬਟ ਸਰਕਾਰ ਅਸਥਾਈ ਹੈ। ਹਾਂਜੀ, ਜਦੋਂ ਤੱਕ ਰਾਜ ਦੇ ਚਾਰੇ ਜ਼ਰੂਰੀ ਤੱਤ ਨੇ ਤਾਂ ਉਦੋਂ ਤੱਕ ਰਾਜ ਦੀ ਹੋਂਦ ਕਾਇਮ ਰਹਿੰਦੀ ਹੈ ਤੇ ਉਹ ਸਥਾਈ ਹੈ। ਤੇ ਪ੍ਰਭੂ ਸੱਤਾ ਦੇ ਅੰਤ ਦੇ ਨਾਲ ਹੀ ਫਿਰ ਰਾਜ ਖਤਮ ਹੋ ਜਾਊਗਾ। ਜੇ ਰਾਜ ਕੋਲ ਪ੍ਰਭੂ ਸੱਤਾ ਤਾਂ ਇਹ ਖਤਮ ਹੋ ਜਾਊਗਾ। ਪਰ ਸਥਾਈਪਣ ਸਰਕਾਰ ਦੇ ਵਿੱਚ ਨਹੀਂ ਹੈਗਾ। ਠੀਕ ਹੈ, ਲੋਕਤੰਤਰੀ ਯੁੱਗ ਦੇ ਵਿੱਚ ਸਰਕਾਰਾਂ ਅਕਸਰ ਬਦਲਦੀਆਂ ਰਹਿੰਦੀਆਂ ਨੇ। ਭਾਵ ਕਿ 5 ਸਾਲ ਬਾਅਦ ਵੋਟਾਂ ਹੁੰਦੀਆਂ ਰਹਿੰਦੀਆਂ ਨੇ। ਕਦੇ ਕਿਹੜੀ ਸਰਕਾਰ ਆ ਗਈ, ਕਦੇ ਕਿਹੜੀ ਸਰਕਾਰ ਆ ਗਈ, ਜਿਸ ਕਰਕੇ ਸਰਕਾਰ ਅਸਥਾਈ ਹੁੰਦੀ ਹੈ ਬਟ ਰਾਜ ਸਥਾਈ ਹੁੰਦਾ। ਅੱਗੇ ਹੈਗਾ ਰਾਜ ਇੱਕੋ ਕਿਸਮ ਦਾ ਹੈ ਬਟ ਸਰਕਾਰਾਂ ਅਨੇਕਾਂ ਕਿਸਮ ਦੀਆਂ ਹੁੰਦੀਆਂ ਨੇ। ਹਾਂਜੀ, ਸਾਰੇ ਵਿਸ਼ਵ ਦੇ ਵਿੱਚ ਰਾਜ ਦਾ ਇੱਕ ਹੀ ਰੂਪ ਹੁੰਦਾ। ਜੇ ਕਿਤੇ ਵੀ ਜਾਓ ਰਾਜ ਦੇ ਨਿਰਮਾਣ ਦੇ ਲਈ ਇਹ ਚਾਰੇ ਜ਼ਰੂਰੀ ਤੱਤ ਹੁੰਦੇ ਨੇ। ਠੀਕ ਹੈ, ਰਾਜ ਦੀਆਂ ਵੱਖ-ਵੱਖ ਕਿਸਮਾਂ ਨਹੀਂ ਹੁੰਦੀਆਂ ਤੇ ਇਹ ਇੱਕੋ ਕਿਸਮ ਦਾ ਹੁੰਦਾ। ਇਹਦੇ ਸਰੂਪ ਦੇ ਵਿੱਚ ਵੀ ਪਰਿਵਰਤਨ ਨਹੀਂ ਹੁੰਦਾ। ਬਟ ਸਰਕਾਰ ਇੱਕ ਤਰ੍ਹਾਂ ਦੀ ਨਹੀਂ ਹੁੰਦੀ, ਅਨੇਕਾਂ ਕਿਸਮਾਂ ਦੀ ਹੁੰਦੀ ਹੈ। ਕਦੇ ਲੋਕਤੰਤਰੀ ਹੁੰਦੀ ਹੈ, ਕਦੇ ਰਾਜਤੰਤਰੀ ਹੁੰਦੀ ਹੈ, ਕਦੇ ਤਾਨਾਸ਼ਾਹੀ ਹੁੰਦੀ ਹੈ, ਕਦੇ ਕੁਲੀਨ ਤੰਤਰੀ ਹੁੰਦੀ ਹੈ, ਕਦੇ ਸੰਸਦੀ ਹੁੰਦੀ ਹੈ, ਕਦੇ ਪ੍ਰਧਾਨਗੀ ਵੀ ਹੋ ਸਕਦੀ ਹੈ। ਠੀਕ ਹੈ, ਇਹ ਸਰਕਾਰ ਦੀ ਜਿਹੜੇ ਕਿਸਮਾਂ ਨੇ। ਅੱਗੇ ਹੈ ਰਾਜ ਨਿਰਾਕਾਰ ਹੈ ਤੇ ਸਰਕਾਰ ਸਾਕਾਰ ਹੈ। ਹਾਂਜੀ, ਰਾਜ ਦਾ ਕੋਈ ਵੀ ਭੌਤਿਕ ਜਾਂ ਸਾਕਾਰ ਰੂਪ ਨਹੀਂ ਹੈ ਕਿ ਇਹਨੂੰ ਆਪਾਂ ਦੇਖ ਸਕੀਏ। ਰਾਜ ਇੱਕ ਕਲਪਿਤ ਧਾਰਨਾ ਤੇ ਇਸ ਲਈ ਇਸ ਨੂੰ ਅਦ੍ਰਿਸ਼ ਜਾਂ ਅਮੂਰਤ ਸੰਸਥਾ ਵੀ ਮੰਨਿਆ ਜਾਂਦਾ। ਬਟ ਸਰਕਾਰ ਇੱਕ ਸਾਕਾਰ ਸੰਸਥਾ ਜਿਹਦੇ ਵਿੱਚ ਜਿਹੜੇ ਮੈਂਬਰ ਸ਼ਾਮਿਲ ਹੁੰਦੇ ਨੇ ਉਹਨਾਂ ਨੂੰ ਆਪਾਂ ਦੇਖਦੇ ਹਾਂ, ਉਹਨਾਂ ਨਾਲ ਆਪਾਂ ਜਿਹੜੇ ਕਿ ਆਪਾਂ ਵੋਟਿੰਗ ਬਿਹੇਵੀਅਰ ਅਪਣਾਉਂਦੇ ਹਾਂ ਉਹਨਾਂ ਪ੍ਰਤੀ। ਠੀਕ ਹੈ, ਅੱਗੇ ਹੈ 11 ਲੋਕ ਸਰਕਾਰ ਦਾ ਵਿਰੋਧ ਕਰ ਸਕਦੇ ਨੇ ਬਟ ਰਾਜ ਦਾ ਨਹੀਂ। ਹਾਂਜੀ, ਸਰਕਾਰ ਦੀਆਂ ਨੀਤੀਆਂ ਦੀ ਵਿਰੋਧਤਾ ਕੀਤੀ ਜਾ ਸਕਦੀ ਹੈ। ਜੇ ਸਰਕਾਰ ਨੇ ਕੋਈ ਨਿਯਮ ਇਹੋ ਜਿਹਾ ਬਣਾਤਾ ਜਿਹੜੇ ਲੋਕਾਂ ਦੇ ਵਿਰੁੱਧ ਆ ਤਾਂ ਲੋਕ ਉਹਨਾਂ ਦੇ ਵਿਰੁੱਧ ਹੜਤਾਲਾਂ ਕਰ ਸਕਦੇ ਨੇ, ਹੈ ਨਾ, ਸਟ੍ਰਾਈਕ ਕਰ ਸਕਦੇ ਨੇ, ਧਰਨੇ ਦੇ ਸਕਦੇ ਨੇ। ਤੇ ਚੰਗਾ ਕੰਮ ਨਾ ਕਰਨ ਵਾਲੀ ਸਰਕਾਰ ਨੂੰ ਕਾਨੂੰਨੀ ਵਿਧੀ ਦੁਆਰਾ ਬਦਲਿਆ ਵੀ ਜਾ ਸਕਦਾ। ਮਤਲਬ ਕਿ ਜੇ ਹੁਣ ਕੰਮ ਨਹੀਂ ਕੀਤਾ ਤਾਂ ਨੈਕਸਟ ਟਾਈਮ ਵੋਟਿੰਗ ਦੇ ਵਿੱਚ ਉਹਨੂੰ ਬਦਲਿਆ ਜਾ ਸਕਦਾ। ਸਰਕਾਰ ਦੇ ਨੀਤੀਆਂ ਵਿਰੁੱਧ ਅੰਦੋਲਨ ਵੀ ਕੀਤਾ ਜਾ ਸਕਦਾ ਬਟ ਕਿਸੇ ਵੀ ਤਰ੍ਹਾਂ ਰਾਜ ਦੀ ਵਿਰੋਧਤਾ ਨਹੀਂ ਕੀਤੀ ਜਾ ਸਕਦੀ। ਰਾਜ ਦਾ ਅਦ੍ਰਿਸ਼ ਹੈ, ਅਮੂਰਤ ਹੈ, ਇਸ ਲਈ ਇਸ ਦੀ ਵਿਰੋਧਤਾ ਦਾ ਪ੍ਰਸ਼ਨ ਹੀ ਪੈਦਾ ਨਹੀਂ ਹੁੰਦਾ। ਸੋ ਇਹ ਸੀ ਰਾਜ ਤੇ ਜਿਹੜੇ ਕਿ ਸਰਕਾਰ ਦੇ ਵਿੱਚ ਅੰਤਰ। ਸੋ ਆਪਾਂ ਨੇ ਦੋਨੇ ਕੁਐਸਚਨ ਕੀਤੇ ਨੇ, ਐਂਡ ਦੇ ਵਿੱਚ ਤੁਸੀਂ ਸਿੱਟਾ ਦੇ ਦੇਣਾ। ਥੈਂਕਸ। ਸਟਾਰਟਿੰਗ 'ਚ ਜਾਣ ਪਛਾਣ, ਫਿਰ ਪੁਆਇੰਟਸ, ਫਿਰ ਐਂਡ 'ਚ ਸਿੱਟਾ।